Friends, how are you? Welcome to your botany lecture. Beta, we were reading flower. In flower, today we will read estivation. Estivation means the mode of arrangement of petals or sepals in relation to one another in a flower bud. ਹੁਣ ਪੈਟਲਸ ਦਾ ਅਲੱਗ ਅਸੀਂ ਐਸਟੀਵੇਸ਼ਨ ਪੜ੍ਹਨਾ ਆ, ਸੈਪਲਸ ਦਾ ਅਲੱਗ, ਪਰ ਹੁੰਦੀ ਇੱਕੋ ਹੀ ਗੱਲ ਆ। ਮਤਲਬ ਜੇ ਸੈਪਲਸ ਇਸ ਤਰ੍ਹਾਂ ਅਲੱਗ-ਅਲੱਗ ਅਰੇਂਜਡ ਆ ਜਾਂ ਫਿਰ ਇੱਕ ਦੂਸਰੇ ਦੇ ਮਾਰਜਿਨ ਜਿਹੜੀ ਆ ਓਵਰਲੈਪਡ ਆ, ਸੇਮ ਵੇ ਪੈਟਲਸ ਅਲੱਗ-ਅਲੱਗ ਪ੍ਰੈਜ਼ੈਂਟ ਆ ਜਾਂ ਫਿਰ ਪੈਟਲਸ ਦੇ ਮਾਰਜਿਨਸ ਓਵਰਲੈਪਡ ਆ, ਤਾਂ ਦਿਸ ਟਾਈਪ ਆਫ ਅਰੇਂਜਮੈਂਟ ਇਜ਼ ਕਾਲਡ ਐਸ ਐਸਟੀਵੇਸ਼ਨ। ਇਹ ਨਹੀਂ ਹੈਗਾ ਕਿ ਪੈਟਲਸ ਨੂੰ ਅਸੀਂ ਸੈਪਲਸ ਦੇ ਨਾਲ ਦੇਖਣਾ ਆ, ਨੋ। ਪੈਟਲਸ ਦੇ ਅਰੇਂਜਮੈਂਟ ਡੈਫੀਨੇਸ਼ਨ ਇੱਕੋ ਹੀ ਆ। ਜੇ ਹੁਣ ਤੁਹਾਨੂੰ ਸੈਪਲਸ ਦਾ ਪੁੱਛਿਆ ਤਾਂ ਤੁਸੀਂ ਸਿਰਫ ਲਿਖਣਾ ਆ ਦ ਮੋਡ ਆਫ ਅਰੇਂਜਮੈਂਟ ਆਫ ਸੈਪਲਸ ਇਨ ਰਿਲੇਸ਼ਨ ਟੂ ਵਨ ਅਨਦਰ ਇਨ ਅ ਫਲਾਰ ਜਾਂ ਬਰਡ, ਫਲਾਰ ਬਰਡ ਇਜ਼ ਕਾਲਡ ਐਜ਼ ਐਸਟੀਵੇਸ਼ਨ। ਅਗਰ ਪੈਟਲਸ ਦੇ ਕੰਟੈਕਸਟ 'ਚ ਪੁੱਛਿਆ ਤਾਂ ਦ ਮੋਡ ਆਫ ਅਰੇਂਜਮੈਂਟ ਆਫ ਪੈਟਲਸ ਇਨ ਰਿਲੇਸ਼ਨ ਟੂ ਵਨ ਅਨਦਰ ਇਨ ਅ ਫਲਾਰ ਬਰਡ। ਜ਼ਿਆਦਾਤਰ ਪੈਟਲਸ ਦਾ ਹੀ ਪੁੱਛਦੇ ਆ। ਤੇ ਹੁਣ ਜਿਹੜੀ ਇਹ ਐਸਟੀਵੇਸ਼ਨ ਆ, ਇਟ ਇਜ਼ ਆਫ ਡਿਫਰੈਂਟ ਟਾਈਪਸ: ਵੋਲਵੇਟ, imbricate, twisted, quinquential, then vexillary, open. One by one we will read in detail. Let's understand from this diagram. Open estivation means when petals are arranged ਅਪਾਰਟ ਫਰੋਮ ਈਚ ਅਦਰ। ਮਤਲਬ ਪੈਟਲਸ ਜਿਹੜੇ ਆ ਅਲੱਗ-ਅਲੱਗ ਹੁੰਦੇ ਆ, ਉਹਨਾਂ 'ਚ ਕਲੀਅਰ ਡਿਫਰੈਂਸ ਦਿਖਦਾ ਆ, ਡਿਸਟੈਂਸ ਦਿਖਦਾ ਆ, ਉਹਨੂੰ ਅਸੀਂ ਕਹਿੰਦੇ ਆ ਓਪਨ ਐਸਟੀਵੇਸ਼ਨ। ਡਾਇਗਰਾਮ ਨਹੀਂ ਬਣਾਇਆ ਇੱਥੇ। ਸੇਮ ਵੇ ਜੇ ਸੈਪਲਸ ਇੱਦਾਂ ਦੂਰ ਦੂਰ ਅਰੇਂਜਡ ਹੋਣਗੇ, ਉਹਨਾਂ ਦੇ ਵਿੱਚ ਆਪਸ 'ਚ ਦੋ ਸੈਪਲਸ ਦੇ ਵਿੱਚ ਗੈਪ ਹੋਏਗਾ, ਉਹਨੂੰ ਅਸੀਂ ਕਹਿੰਦੇ ਆ ਓਪਨ ਐਸਟੀਵੇਸ਼ਨ। ਇਨ ਸੈਪਲਸ ਗੱਲ ਕਰ ਦਾਂਗੇ, ਇਨ ਪੈਟਲਸ ਕਰ ਦਾਂਗੇ, ਪਰ ਹੁਣ ਮੈਂ ਇੱਥੇ ਜੋ ਪੈਟਲਸ 'ਚ ਦੱਸੂਗੇ ਤੁਸੀਂ ਮੰਨ ਲੈਣਾ ਕਿ ਉਹ ਸੈਪਲਸ 'ਚ ਵੀ ਹੁੰਦਾ ਆ। ਅਤੇ ਸੈਕਿੰਡ ਜਿਹੜਾ ਟਾਈਪ ਆਫ ਐਸਟੀਵੇਸ਼ਨ ਆ, ਇਟ ਇਜ਼ ਵਾਲਵੇਟ ਐਸਟੀਵੇਸ਼ਨ। ਹੁਣ ਵਾਲਵੇਟ ਐਸਟੀਵੇਸ਼ਨ ਦੇ ਵਿੱਚ ਵੀ ਪੈਟਲਸ ਜਿਹੜੇ ਆ ਉਹ ਦੂਰ ਦੂਰ ਹੁੰਦੇ ਆ, ਪਰ ਉਹਨਾਂ 'ਚ ਗੈਪ ਕੋਈ ਬਹੁਤ ਜ਼ਿਆਦਾ ਨਹੀਂ ਹੁੰਦਾ। ਦੇਖੋ ਤੁਹਾਨੂੰ ਇਹਦੇ ਵਿੱਚ ਗੈਪ ਬਹੁਤ ਨਾ ਰਿਡਿਊਸਡ ਗੈਪ, ਘੱਟ ਡਿਸਟੈਂਸ ਦਿਖੂਗਾ। ਤਾਂ ਨੇੜੇ ਨੇੜੇ ਜਦੋਂ ਪੈਟਲਸ ਅਰੇਂਜਡ ਹੁੰਦੇ ਆ ਪਰ ਹੁੰਦੇ ਦੂਰ ਦੂਰ ਆ, ਉਹਨੂੰ ਅਸੀਂ ਕਹਿ ਦਿੰਦੇ ਆ ਵਾਲਵੇਟ ਐਸਟੀਵੇਸ਼ਨ। ਹੁਣ ਇਹ ਵੀ ਅੱਗੇ ਦੋ ਤਰ੍ਹਾਂ ਦਾ ਹੋਏਗਾ, ਇਨ ਡੁਪਲੀਕੇਟ ਅਤੇ ਰੀਡੁਪਲੀਕੇਟ, ਅਤੇ ਤੀਸਰਾ ਇਹਦੇ ਵਿੱਚ ਹੁੰਦਾ ਇਨਵੋਲਿਊਟ। ਹੁਣ ਇਹਨੂੰ ਅਸੀਂ ਜਸਟ ਵਿਦ ਦਾ ਹੈਲਪ ਆਫ ਡਾਇਗਰਾਮ ਸਮਝ ਸਕਦੇ ਹਾਂ ਕਿ ਇਨ ਡੁਪਲੀਕੇਟ ਦੇ ਵਿੱਚ ਕੀ ਹੋਏਗਾ, ਜਿਵੇਂ ਆਹ ਮਾਰਜਿਨਸ ਜਿਹੜੀਆਂ ਨਾ ਅੰਦਰ ਨੂੰ ਧੱਸੀਆਂ ਹੋਣਗੀਆਂ, ਦਿਸ ਵੇ ਹੋਣੀਆਂ ਦੂਰ ਦੂਰ ਹੀ ਆ, ਹਲਕੀਆਂ ਜਿਹੀਆਂ ਜੁੜੀਆਂ ਨਹੀਂ ਹੋਣੀਆਂ, ਪਰ ਅੰਦਰ ਨੂੰ ਇੱਦਾਂ ਮਾਰਜਿਨ ਹੋਣੀਆਂ ਆ। ਠੀਕ ਹੈ, ਇਹ ਤਾਂ ਹੋ ਗਿਆ ਇਨ ਡੁਪਲੀਕੇਟ ਕਿ ਮਾਰਜਿਨਸ ਪ੍ਰੋਜੈਕਟਡ ਇਨਵਰਡ। ਫਿਰ ਸੈਕਿੰਡ ਜਿਹੜਾ ਰੀਡੁਪਲੀਕੇਟ ਆ, ਮਤਲਬ ਮਾਰਜਿਨਸ ਜਿਹੜੀਆਂ ਨਾ ਇਸ ਤਰ੍ਹਾਂ ਬਾਹਰ ਨੂੰ ਹੋਣੀਆਂ, ਅੰਦਰ ਨੂੰ ਨਹੀਂ ਫੋਲਡਡ ਹੋਣੀਆਂ, ਜਿਵੇਂ ਆ ਅੰਦਰ ਨੂੰ ਆ ਨਾ, ਤਾਂ ਇਹ ਇੱਦਾਂ ਫਲੈਟ ਜਿਹੀਆਂ ਹੋਣੀਆਂ, ਮਾਰਜਿਨ ਅੰਦਰ ਨੂੰ ਨਹੀਂ ਪ੍ਰੋਜੈਕਟਡ ਹੋਣੀਆਂ। ਇਨਵੋਲਿਊਟ ਮੀਨਸ ਮਾਰਜਿਨਸ ਰੋਲਡ ਇਨਵਰਡ, ਮਾਰਜਿਨ ਥੋੜ੍ਹੀ ਜਿਹੀ ਹੋਰ ਇਸ ਤਰ੍ਹਾਂ ਦੀ ਰੋਲਡ ਹੋਣੀਆਂ ਆ, ਹੋਣੀਆਂ ਦੂਰ ਦੂਰ ਆ, ਟੱਚ ਨਹੀਂ ਕਰਨੀਆਂ ਇੱਕ ਦੂਸਰੇ ਨੂੰ, ਹਲਕੀਆਂ ਜਿਹੀਆਂ ਦੂਰ ਹੋਣੀਆਂ, ਪਰ ਰੋਲਡ ਇਨਸਾਈਡ ਮਤਲਬ ਇਸ ਤਰ੍ਹਾਂ ਹੋਣਗੀਆਂ, ਜਿਵੇਂ ਅਸੀਂ ਕਹਿ ਲਓ ਕਿ ਆਹਾ ਆਹਾ ਅਤੇ ਆਹਾ, ਇਸ ਤਰ੍ਹਾਂ ਰੋਲਡ ਇਨਵਰਡ ਹੋਣੀਆਂ। ਸੈਕਿੰਡ ਜਿਹੜੀ ਟਾਈਪ ਆਫ ਐਸਟੀਵੇਸ਼ਨ ਆ, ਉਹ ਹੈਗੀ ਆ ਟਵਿਸਟਡ। ਹੁਣ ਟਵਿਸਟਡ ਦੇ ਵਿੱਚ ਕੀ ਹੋਣਾ ਆ, ਇਹਨੂੰ ਕੰਟੋਰਟਡ ਵੀ ਕਹਿੰਦੇ ਆ, ਤੁਹਾਨੂੰ ਕਿਸੇ ਨਾਮ ਨਾਲ ਵੀ ਆ ਸਕਦਾ, ਕੰਟੋਰਟਡ ਔਰ ਟਵਿਸਟਡ ਨੂੰ ਡਿਫਾਈਨ ਕਰੋ। ਤਾਂ ਮਾਰਜਿਨਸ ਆਫ ਪੈਟਲਸ ਆਰ ਓਵਰਲੈਪਿੰਗ ਰੈਗੂਲਰਲੀ। ਤਾਂ ਤੁਸੀਂ ਦੇਖੋ ਮਾਰਜਿਨਸ ਜਿਹੜੀ ਆ, ਤੁਸੀਂ ਹੁਣ ਇਹਨੂੰ
अपनी भाषा च इदां भी डिफाइन कर सकते हैं, बुक च भी लिखिया हैगा आ, वन मार्जिन ऑफ अ petal overlaps the next and other margin is overlap by preceding petal। ट्विस्टिंग जिहड़ी आ ओह क्लॉकवाइज भी हो सकती है और एंटी क्लॉकवाइज भी हो सकती है। तो तुसीं देखो कि एक मार्जिन पैटल दी बाहर आ, एक अंदर आ। हुण तुसीं इहनूं ऐ भी लिख सकते हैं कि वन मार्जिन ऑफ वन पैटल इज आउटसाइड एंड इट्स अनदर मार्जिन इज इनसाइड। या हुण ये तो तुहानूं समझाउण दी भाषा आ, ਤਾਂ ਇਹਦੇ ਵਿੱਚ वन मार्जिन ऑफ द पैटल इज ओवरलैप्ड। आ देखो ਜਿਹੜੀ वन मार्जिन ऑफ द पैटल इज ओवरलैप्ड बाय अनदर पैटल। ਤੇ फिर ਇਹਦੀ वन मार्जिन ਜਿਹੜੀ ਆ इज ओवरलैप्ड बाय प्रोसीडिंग पैटल। फिर ਇਹਦੀ वन मार्जिन ਜਿਹੜੀ आ इज ओवरलैप बाय द प्रोसीडिंग पैटल। ਤਾਂ ਇਹ हो गई ट्विस्टेड एस्टिवेशन। हुण ट्विस्टेड एस्टिवेशन वो क्लॉकवाइज भी मतलब इस तरह भी हो सकती है, जे तुसीं देखो कि यदि ये तो क्लॉकवाइज हो गई, हुण इस तरह भी हो सकती है कि आ ढकियो होवे ना, इस तरह भी ढकियो हो सकती है। तो ये तुसीं पैटल्स च देख के तुहानूं समझ आ जाएगा। थर्ड टाइप ऑफ जिहड़ी एस्टिवेशन आ वो हैगी इंब्रीकेट एस्टिवेशन। हुण इंब्रीकेट एस्टिवेशन मतलब हुंदा आ मार्जिनस ऑफ पैटल्स आर ओवरलैपिंग इररेगुलरली ओवरलैपिंग हुंदी है इहदे विच मार्जिनस दी। मार्जिनस किहड़ियां आ, आहा ते आहा, ठीक है। इहदे विच 5 पैटल्स होने आ, तो देखो 1 2 3 4 5 5 पैटल्स आ। एक कंप्लीटली इंटरनल आ। तो डायग्राम च देखो कि एक दियां दोनों मार्जिनस अंदर आ, तो इनू असीं कहना वन पैटल इज कंप्लीटली इंटरनल। तो दूसरा पैटल जिहड़ा आ ओह कंप्लीटली आउटसाइड। देखो इहदियां सारियां दोनों मार्जिनस जिहड़ियां बाहर आ, तो ये तो इनसाइड हो गया, आउटसाइड हो गया। हुण जिहड़े रिमेनिंग पैटल आ ओहदी वन मार्जिन इंटरनल एंड अदर इज एक्सटर्नल। तो इत्थे देखो ਇਹਦੀ हुण एक मार्जिन अंदर आ, एक बाहर आ, ठीक है। ਇਹਦੀ एक मार्जिन आह बाहर आ, एक अंदर आ। ਇਹਦੀ एक मार्जिन अंदर आ, एक बाहर आ। तो इंब्रीकेट दे विच टोटल 5 पैटल्स होने आ फ्लावर दे विच। या सैपल की भी जे गल करिए तो 5 सैपल्स होणगे। एक सैपल या एक पैटल कंप्लीटली इनसाइड होना, एक कंप्लीटली बाहर होना आ। जिहड़े रिमेनिंग 3 आ उन्हां दी एक मार्जिन अंदर, एक मार्जिन बाहर। हुण एक मार्जिन अंदर बाहर वाली भाषा लिख लो, चाहे वन मार्जिन इज ओवरलैप बाय अनदर पैटल या प्रोसीडिंग पैटल, ठीक है। इदां असीं ये वाली भाषा यूज़ कर सकते हैं। ये तुहाडी मर्जी आ, जिवें तुहानूं समझ आंदा आ उस तरह तुसीं इहनूं डिफाइन कर सकदे हो, पर भाषा सही लिखनी आ। फिर नैक्सट जिहड़ा एस्टिवेशन आ वो हैगा आ क्विनक्विंशियल। क्विनक्विंशियल भी तुसीं ऐं डिफाइन कर सकदे आ। इहदे विच 1 2 3 4 5 इहदे विच भी 5 पैटल्स होणगे। 5 पैटल्स दे विच जिहड़े आ 2 पैटल्स कंप्लीटली बाहर होने आ, एक पैटल जिहड़ा कंप्लीटली इनसाइड होना आ। ते जिहड़ा रिमेनिंग 2 पैटल्स आ, सॉरी क्विनक्विंशियल दे विच 2 पैटल्स कंप्लीटली बाहर ते 2 पैटल्स जिहड़े आ ओह कंप्लीटली इनसाइड, ठीक है। 5 पैटल्स 2 कंप्लीटली बाहर होने आ, 2 कंप्लीटली इनसाइड होने आ। एक पैटल दी एक मार्जिन जिहड़ी आ ओह अंदर होनी आ, दूसरी मार्जिन बाहर होनी आ। ये भाषा लिख दो। या फिर जिहड़ा लास्ट पैटल आ ओहदी वन मार्जिन इज ओवरलैप बाय द प्रोसीडिंग पैटल, इदां लिख सकते हैं असीं, ठीक है। जिवें तुहानूं समझ आंदा आ, भाषा मतलब दोनों का सेम आ। वैसे आई थिंक ईजी रहूगा कि वन मार्जिन आउटसाइड एंड वन मार्जिन इनसाइड। ये वाली भाषा जिहड़ी आ ईजी आ, तुसीं इहनूं डिफाइन कर सकते हैं।
ਹੁਣ ਜਿਹੜਾ ਕਹਿ ਲਓ ਅਸੀਂ ਕੁਇਨਸ਼ੀਅਲ ਕੀਤਾ ਆ, ਇਸ ਕੁਇਨਸ਼ੀਅਲ ਦੇ ਵਿੱਚ ਇਹਨੂੰ ਅਸੀਂ ਮੋਡੀਫਿਕੇਸ਼ਨ ਆਫ ਇੰਬਰੀਕੇਟ ਐਸਟੀਵੇਸ਼ਨ ਕਹਿ ਸਕਦੇ ਹਾਂ, ਠੀਕ ਹੈ। ਔਰ ਫਿਰ ਜਿਹੜਾ ਸਾਡਾ ਮੇਨ ਹੈਗਾ ਆ ਜਿਹੜਾ ਇੰਬਰੀਕੇਟ ਸੀਗਾ, ਇੰਬਰੀਕੇਟ ਜਿਹੜਾ ਐਸਟੀਵੇਸ਼ਨ ਆ, ਇਹ ਦੋ ਤਰ੍ਹਾਂ ਦਾ ਐਸਟੀਵੇਸ਼ਨ ਹੋ ਸਕਦਾ ਆ, ਇੱਕ ਅਸੈਂਡਿੰਗ ਇੰਬਰੀਕੇਟ ਤੇ ਡਿਸੈਂਡਿੰਗ ਇੰਬਰੀਕੇਟ, ਜਾਂ ਇਹਨੂੰ ਆਹ ਵੈਕਸਿਲਰੀ ਵੀ ਕਹਿ ਦਿੰਦੇ ਆ। ਤਾਂ ਪਹਿਲਾਂ ਅਸੀਂ ਅਸੈਂਡਿੰਗ ਇੰਬਰੀਕੇਟ ਦੀ ਗੱਲ ਕਰ ਲੈਂਦੇ ਹਾਂ। ਉਹ ਅਸੀਂ ਵੈਸੇ ਦੇਖ ਵੀ ਲਿਆ ਆ, ਜਿਹਦੇ ਵਿੱਚ ਪੋਸਟੀਰੀਅਰ ਪੈਟਲ ਇੰਟਰਨਲ ਹੁੰਦਾ ਆ, ਠੀਕ ਹੈ। ਅਸੈਂਡਿੰਗ ਇੰਬਰੀਕੇਟ ਦੇ ਵਿੱਚ ਪੋਸਟੀਰੀਅਰ ਪੈਟਲ ਜਿਹੜਾ ਸਭ ਤੋਂ ਪਿੱਛੇ ਵਾਲਾ ਪੈਟਲ ਹੋਏਗਾ ਉਹ ਇੰਟੀਰੀਅਰ ਹੋਣਾ, ਸਭ ਤੋਂ ਅੰਦਰ ਹੋਣਾ। ਬਾਕੀ ਜੋ ਉੱਪਰ ਅਸੀਂ ਪੜ੍ਹਿਆ ਹੀ ਆ ਉਵੇਂ ਹੀ ਚੱਲਣਾ ਆ। ਉੱਪਰ ਪੜ੍ਹਿਆ ਸੀਗਾ ਕਿ 5 ਪੈਟਲਸ ਹੁੰਦੇ ਆ, ਇੱਕ ਕੰਪਲੀਟਲੀ ਇੰਟਰਨਲ, ਇੱਕ ਕੰਪਲੀਟਲੀ ਐਕਸਟਰਨਲ, ਅਤੇ ਰਿਮੇਨਿੰਗ 3 ਪੈਟਲਸ ਦੇ ਵਿੱਚ 1 ਮਾਰਜਨ ਇੰਟਰਨਲ, ਅਦਰ ਐਕਸਟਰਨਲ, ਇਹੀ ਕੰਡੀਸ਼ਨ ਆ। ਪਰ ਜਿਹੜਾ ਅਸੈਂਡਿੰਗ ਆ ਉਹਦੇ ਵਿੱਚ ਜਿਹੜਾ ਇੰਟਰਨਲ ਪੈਟਲ ਹੋਏਗਾ ਉਹ ਸਭ ਤੋਂ ਪੋਸਟੀਰੀਅਰ ਪਿੱਛੇ ਵਾਲਾ ਜਾਂ ਸਭ ਤੋਂ ਥੱਲੇ ਵਾਲਾ ਪੈਟਲ ਹੀ ਅੰਦਰ ਹੋਏਗਾ, ਠੀਕ ਹੈ। ਦੈਨ ਡਿਸੈਂਡਿੰਗ ਜਾਂ ਵੈਕਸਿਲਰੀ ਜਿਹੜਾ ਐਸਟੀਵੇਸ਼ਨ ਆ, ਹੁਣ ਇਹ ਜਿਹੜਾ ਹੋ ਗਿਆ ਸਪੈਸ਼ਲ ਟਾਈਪ ਆਫ ਐਸਟੀਵੇਸ਼ਨ ਹੋ ਜਾਣਾ ਵੈਕਸਿਲਰੀ। ਜਾਂ ਇਹਦੇ ਵਿੱਚ ਇਹਨੂੰ ਡਿਸੈਂਡਿੰਗ ਵੀ ਕਹਿੰਦੇ ਆ, ਵੈਕਸਿਲਰੀ ਵੀ ਕਹਿੰਦੇ ਆ। ਇਹਦੇ ਵਿੱਚ ਐਂਟੀਰੀਅਰ ਪੈਟਲ ਇੰਟਰਨਲ ਹੋਏਗਾ, ਠੀਕ ਹੈ। ਅਸੈਂਡਿੰਗ ਦੇ ਵਿੱਚ ਪੋਸਟੀਰੀਅਰ ਪਿੱਛੇ ਵਾਲਾ ਜਾਂ ਥੱਲੇ ਵਾਲਾ ਪੈਟਲ ਜਿਹੜਾ ਇੰਟਰਨਲ ਹੋਏਗਾ, ਪਰ ਵੈਕਸਿਲਰੀ ਦੇ ਵਿੱਚ ਐਂਟੀਰੀਅਰ ਸਭ ਤੋਂ ਉੱਪਰ ਵਾਲਾ ਜਾਂ ਸਭ ਤੋਂ ਮੋਰ ਵਾਲਾ ਪੈਟਲ ਜਿਹੜਾ ਆ ਉਹੀ ਇੰਟਰਨਲ ਹੋਏਗਾ। ਪੋਸਟੀਰੀਅਰ ਪੈਟਲ ਸਭ ਤੋਂ ਵੱਡਾ ਹੋਏਗਾ, ਉਹਨੇ ਸਾਈਡਾਂ ਵਾਲੇ ਪੈਟਲਸ ਨੂੰ ਢੱਕ ਕੇ ਰੱਖਣਾ ਆ, ਅਤੇ ਲੇਟਰ ਇਨ ਟਰਨ ਓਵਰਲੈਪ ਦਾ ਐਂਟੀਰੀਅਰ ਟੂ ਇੰਟੀਰੀਅਰ ਐਂਡ ਸਮੋਲੈਸਟ ਪੈਟਲਸ। ਤਾਂ ਇਹ ਮੈਂ ਸਪੈਸ਼ਲ ਕਿਉਂ ਕਿਹਾ ਸੀਗਾ, ਜਿਵੇਂ ਅਸੀਂ ਇਹ ਪੈਪੀਲੀਓਨੇਸ਼ੀਅਸ ਮਤਲਬ ਮਟਰ ਦੀ ਫੈਮਿਲੀ ਦੇ ਵਿੱਚ ਹੁੰਦਾ ਆ। ਮਟਰ ਦੇ ਜਿਹੜੇ ਪੈਟਲ ਸੀਗੇ ਉਹ ਵੀ ਸਪੈਸ਼ਲ ਸੀਗੇ। ਆਪਾਂ ਦੇਖੇ ਸੀਗੇ ਕਿ 5 ਪੈਟਲ ਸੀਗੇ, ਹੈ ਨਾ, ਸਟੈਂਡਰਡ, ਕੀਲ ਔਰ ਕੈਰੀਨਾ, ਵਿੰਗਸ। ਤਾਂ ਇੱਦਾਂ ਹੀ ਇਹਦੇ ਵਿੱਚ ਵੀ ਐਸਟੀਵੇਸ਼ਨ ਜਿਹੜਾ ਉਹ ਸਪੈਸ਼ਲ ਹੁੰਦਾ ਆ। ਮਟਰ ਦਾ ਯਾਦ ਰੱਖਣਾ ਆ ਕਿ ਜਿਹੜਾ ਪੋਸਟੀਰੀਅਰ ਪੈਟਲ ਜਿਹੜਾ ਆ, ਐਂਟੀਰੀਅਰ ਪੈਟਲ ਇਹਦੇ ਵਿੱਚ ਇੰਟਰਨਲ ਹੁੰਦਾ ਆ। ਆਹ ਐਂਟੀਰੀਅਰ ਪੈਟਲ ਜਿਹੜਾ ਆ ਉਹ ਇੰਟਰਨਲ ਹੋਏਗਾ, ਅਤੇ ਪੋਸਟੀਰੀਅਰ ਜਿਹੜਾ ਪੈਟਲ ਆ ਪਿੱਛੇ ਵਾਲਾ ਪੈਟਲ ਐਡਾ ਕੁ ਵੱਡਾ ਹੁੰਦਾ ਆ, ਜਿਵੇਂ ਉਹ 'ਚ ਵੀ ਪਿੱਛੇ ਵਾਲਾ ਪੈਟਲ ਕਿੱਡਾ ਵੱਡਾ ਸੀ, ਉਹਨੇ ਫਿਰ 2 ਅੰਦਰ ਢੱਕੇ ਹੋਏ ਸੀਗੇ, ਫਿਰ ਹੋਰ ਅੰਦਰ 2 ਢੱਕੇ ਹੋਏ ਸੀਗੇ। ਇਸੇ ਤਰ੍ਹਾਂ ਇਹਨੇ ਵੀ ਕਰਨਾ ਆ। ਜਿਹੜਾ ਪੋਸਟੀਰੀਅਰ ਪੈਟਲ ਸਭ ਤੋਂ ਵੱਡਾ ਹੋਣਾ ਆ, ਐਂਟੀਰੀਅਰ ਜਿਹੜਾ ਆ ਉਹ ਟੋਟਲੀ ਅੰਦਰ ਹੋਣਾ ਆ, ਅਤੇ ਜਿਹੜੇ ਰਿਮੇਨਿੰਗ 2 ਪੈਟਲਸ ਆ ਉਹਨਾਂ ਦੀ ਇੱਕ ਮਾਰਜਿਨ ਅੰਦਰ, ਇੱਕ ਬਾਹਰ, ਇੱਕ ਮਾਰਜਿਨ ਅੰਦਰ, ਇੱਕ ਬਾਹਰ। ਆ ਦੇਖੋ, ਇੱਕ ਮਾਰਜਿਨ ਅੰਦਰ, ਇੱਕ ਬਾਹਰ, ਇੱਕ ਮਾਰਜਿਨ ਅੰਦਰ, ਇੱਕ ਬਾਹਰ। ਤਾਂ ਵੈਰੀ ਸਿੰਪਲ ਆ ਕਿ ਐਂਟੀਰੀਅਰ ਪੈਟਲ ਟੋਟਲੀ ਇੰਟਰਨਲ, ਪੋਸਟੀਰੀਅਰ ਪੈਟਲ ਆਊਟਸਾਈਡ ਸਭ ਤੋਂ ਵੱਡਾ ਹੁੰਦਾ, ਜਿਹੜੇ ਲੇਟਰਲ ਪੈਟਲਸ ਨੂੰ ਢੱਕ ਕੇ ਰੱਖਦਾ ਆ, ਅਤੇ ਜਿਹੜੇ ਦੂਸਰੇ 2 ਪੈਟਲਸ ਆ ਉਹਨਾਂ ਦੀ ਇੱਕ ਮਾਰਜਿਨ ਇੱਕ ਅੰਦਰ, ਇੱਕ ਮਾਰਜਿਨ ਬਾਹਰ। ਤਾਂ ਇਹ ਸੀਗਾ ਸਾਡਾ ਐਸਟੀਵੇਸ਼ਨ। ਇਹ ਨਹੀਂ ਸਮਝ ਆਇਆ ਦੁਬਾਰਾ ਪੁੱਛ ਲਿਓ। ਟਿਲ ਦੈਨ ਗੁੱਡ ਬਾਏ ਬੇਟਾ।